ਹੈਲੋ ਸਟੂਡੈਂਟਸ, ਅੱਜ ਅਸੀਂ 14 ਚੈਪਟਰ ਜਿਵੇਂ ਤੁਹਾਨੂੰ ਪਤਾ ਹੈ ਕਰ ਰਹੇ ਸੀ ਉਹਨੂੰ ਹੀ ਕੰਟੀਨਿਊ ਕਰਾਂਗੇ। ਸਟੈਟਿਸਟਿਕ ਚੈਪਟਰ ਨੂੰ 9th ਕਲਾਸ ਦੇ ਨੂੰ ਮੈਂ ਤੁਹਾਨੂੰ ਅਸੀਂ 14.2 ਐਕਸਰਸਾਈਜ਼ ਕੰਪਲੀਟ ਕਰ ਚੁੱਕੇ ਹਾਂ। ਹੁਣ ਅਸੀਂ ਕਰਾਂਗੇ ਅੱਜ 14.3 ਐਕਸਰਸਾਈਜ਼। ਠੀਕ ਹੈ, ਵੈਸੇ ਤਾਂ ਇਨਡਾਇਰੈਕਟਲੀ ਮੈਂ ਤੁਹਾਨੂੰ ਸਾਰੀ ਇੰਟਰੋਡਕਸ਼ਨ 14.3 ਐਕਸਰਸਾਈਜ਼ ਦੀ ਵੀ ਇੰਟਰੋਡਕਸ਼ਨ ਪਾਰਟ ਆਫ 14 ਚੈਪਟਰ ਦੇ ਵਿੱਚ ਹੀ ਦੱਸੀ ਸੀ, ਜਿਹੜੀ ਫਸਟ ਵੀਡੀਓ ਆਫ 14 ਚੈਪਟਰ ਹੈ। ਬਟ ਥੋੜ੍ਹਾ ਜਿਹਾ ਮੈਂ ਤੁਹਾਨੂੰ ਰਿਮਾਈਂਡ ਕਰਵਾ ਦਿੰਦੀ ਹਾਂ, ਬਿਕੋਜ਼ ਅਸੀਂ ਅੱਜ 14.3 ਐਕਸਰਸਾਈਜ਼ ਕਰ ਰਹੇ ਹਾਂ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਡਾਟਾ ਨੂੰ ਰਿਪਰਜੈਂਟ ਕਰਨ ਦੇ 5 ਤਰੀਕੇ ਹੁੰਦੇ ਆ, ਅਤੇ 14.2 ਐਕਸਰਸਾਈਜ਼ ਦੇ ਵਿੱਚ ਅਸੀਂ ਪਹਿਲਾ ਤਰੀਕਾ ਕਰ ਚੁੱਕੇ ਹੋਏ ਆ, ਜਿਹੜਾ ਕਿ ਟੇਬਲ ਫਾਰਮ ਸੀ। ਅਸੀਂ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਟੇਬਲ ਡਰੋ ਕੀਤੇ ਸੀ ਨਾ, ਉਹ ਟੇਬਲ ਫਾਰਮ ਸੀ ਡਾਟਾ ਨੂੰ ਰਿਪਰਜੈਂਟ ਕਰਨ ਦੀ। ਹੁਣ 14.3 ਐਕਸਰਸਾਈਜ਼ ਵਿੱਚ ਅਸੀਂ ਆਹ ਵਾਲੇ ਜਿਹੜੇ ਬਾਕੀ ਜਿਹੜੇ 3 ਹੈਗੇ ਉਹ ਯੂਜ਼ ਕਰਾਂਗੇ। ਐਂਡ 5th ਪਾਰਟ ਜਿਹੜਾ ਹੈ ਅਸੀਂ ਡਾਟਾ ਨੂੰ ਰਿਪਰਜੈਂਟ ਕਰਨਾ ਪਾਈ ਚਾਰਟ ਦੇ ਵਿੱਚ 8th ਤੱਕ ਤੁਸੀਂ ਪ੍ਰੀਵੀਅਸ ਕਲਾਸ ਵਿੱਚ ਕਰਕੇ ਆ ਚੁੱਕੇ ਹੋ। ਹੁਣ ਅਸੀਂ ਕਰਾਂਗੇ ਆਹ ਵਾਲੇ 3 ਪਾਰਟ, ਜਿਹੜਾ ਕਿ ਡਾਟਾ ਨੂੰ ਰਿਪਰਜੈਂਟ ਕਰਾਂਗੇ ਬਾਰ ਗ੍ਰਾਫ, ਹਿਸਟੋਗ੍ਰਾਮ ਐਂਡ ਫ੍ਰੀਕੁਐਂਸੀ ਪੋਲੀਗਨ ਗ੍ਰਾਫ। ਠੀਕ ਹੈ, ਬਾਰ ਗ੍ਰਾਫ ਪਹਿਲਾਂ ਤਾਂ ਤੁਸੀਂ ਦੇਖ ਲਓ ਬਾਰ ਗ੍ਰਾਫ ਕੀ ਹੁੰਦਾ ਹੈ। ਬਾਰ ਗ੍ਰਾਫ ਕੀ ਹੁੰਦਾ ਹੈ, ਜਿਹਦੀ ਕਿ ਸਿਰਫ ਅਤੇ ਸਿਰਫ ਹਾਈਟ ਵੇਰੀ ਕਰ ਰਹੀ ਹੈ। ਦੇਖੋ ਹਾਈਟ ਅਲੱਗ ਅਲੱਗ ਹੋ ਰਹੀ ਹੈ, ਬਟ ਇਹਨਾਂ ਦੀ ਜਿਹੜੀ ਵਿਡਥ ਹੈਗੀ ਆ ਉਹ ਸੇਮ ਹੀ ਰਹੇਗੀ ਵਿਦ ਰਿਸਪੈਕਟ ਟੂ ਐਕਸ। ਜਿਹੜਾ ਕੁਛ ਵੀ ਵੇਰੀਏਸ਼ਨ ਨਹੀਂ ਆ ਰਹੀ ਆ, ਬਸ ਕਿੱਥੇ ਵੇਰੀ ਹੋ ਰਹੀ ਹੈ ਵਾਈ ਐਕਸਿਸ ਦੇ ਅਕੋਰਡਿੰਗਲੀ। ਉਸੇ ਤਰ੍ਹਾਂ ਸਾਡੇ ਕੋਲ ਹਿਸਟੋਗ੍ਰਾਮ ਹੁੰਦਾ ਹੈ। ਹਿਸਟੋਗ੍ਰਾਮ ਵੀ ਸੇਮ ਐਜ਼ ਦਾ ਬਾਰ ਗ੍ਰਾਫ ਵਰਗਾ ਹੀ ਹੁੰਦਾ ਹੈ, ਜਿਹਦੇ ਵਿੱਚ ਕਿ ਰੈਕਟੈਂਗਲਸ ਹੀ ਡਰੋ ਕਰਦੇ ਆ, ਜਿਨ੍ਹਾਂ ਦੀ ਹਾਈਟ ਵੀ ਵੇਰੀ ਕਰਦੀ ਹੈ ਵਿਦ ਰਿਸਪੈਕਟ ਟੂ ਵਾਈ ਐਕਸਿਸ। ਬਟ ਡਿਫਰੈਂਸ ਕੀ ਹੈ, ਇਹਦੇ ਵਿੱਚ ਐਕਸ ਐਕਸਿਸ 'ਚ ਕੋਈ ਡਿਫਰੈਂਸ ਨਹੀਂ ਆ ਰਿਹਾ ਸੀ, ਸੇਮ ਹੋ ਰਹੇ ਸੀ ਸਾਰੇ ਐਕਸ ਐਕਸਿਸ ਦੇ ਅਕੋਰਡਿੰਗਲੀ। ਇੰਨੀ ਹੀ ਵਿਡਥ ਇਹਦੀ ਵੀ, ਇੰਨੀ ਵਿਡਥ ਇਹਦੀ ਵੀ। ਬਟ ਹਿਸਟੋਗ੍ਰਾਮ ਦੇ ਕੇਸ ਵਿੱਚ ਅਸੀਂ ਦੇਖਾਂਗੇ ਕਿ ਵਾਈ ਐਕਸਿਸ ਦੇ ਵਿਦ ਰਿਸਪੈਕਟ ਟੂ ਵੀ ਇਹਨਾਂ ਦੀ ਵੇਰੀਏਸ਼ਨ ਆ ਰਹੀ ਹੈ। ਦੇਖੋ ਇਹਦੀ ਵਿਡਥ 'ਚ ਅਤੇ ਇਹਦੀ ਵਿਡਥ ਵਿੱਚ ਫ਼ਰਕ ਹੈ। ਠੀਕ ਹੈ, ਉਸੇ ਤਰ੍ਹਾਂ ਫ੍ਰੀਕੁਐਂਸੀ ਪੋਲੀਗਨ ਗ੍ਰਾਫ ਕੀ ਹੁੰਦਾ, ਇੱਕ ਲੀਨੀਅਰ ਗ੍ਰਾਫ ਜਿਹੜਾ ਅਸੀਂ ਲਾਈਨ ਵਾਲਾ ਗ੍ਰਾਫ ਡਰੋ ਕਰਦੇ ਆ, ਪੁਆਇੰਟਸ ਨੂੰ ਡਰੋ ਕਰਕੇ, ਪੁਆਇੰਟਸ ਨੂੰ ਮੀਟ ਕਰਵਾ ਕੇ ਉਹਨਾਂ ਨੂੰ ਅਸੀਂ ਫ੍ਰੀਕੁਐਂਸੀ ਪੋਲੀਗਨ ਗ੍ਰਾਫ ਕਹਿੰਦੇ ਆ। ਦੇਖੋ ਇਹ ਸਟੂਡੈਂਟਸ ਤੁਸੀਂ ਇਹਨੂੰ ਦੇਖ ਕੇ ਦੇਖ ਸਕਦੇ ਹੋ ਕਿਹੜੀ ਫੋਰਮ ਹੈਗੀ ਹੈ ਗ੍ਰਾਫਿਕਲ ਰਿਪਰਜੈਂਟੇਸ਼ਨ ਦੀ, ਦੈਟ ਇਜ਼ ਬਾਰ ਗ੍ਰਾਫ। ਬਾਰ ਗ੍ਰਾਫ ਦੇਖੋ ਇਹਦੇ ਵਿੱਚ ਸਿਰਫ ਅਤੇ ਸਿਰਫ ਜਿਹੜੀ ਕਾਊਂਟਿੰਗ ਹੈ ਲਿਖੀ ਹੋਈ ਹੈ ਵਿਦ ਰਿਸਪੈਕਟ ਟੂ ਵਾਈ ਐਕਸਿਸ। ਐਕਸ ਐਕਸਿਸ 'ਤੇ ਜਸਟ ਨੇਮ ਲਿਖੇ ਹੈ, ਕੋਈ ਵੀ ਕਾਊਂਟਿੰਗ ਨਹੀਂ ਲਿਖੀ ਜਿਹਦੇ ਅਕੋਰਡਿੰਗਲੀ ਇਹ ਵੇਰੀ ਕਰ। ਸੋ ਦੇਖੋ ਵਾਈ ਐਕਸਿਸ ਦੇ ਅਕੋਰਡਿੰਗਲੀ ਇਹ 4 'ਤੇ ਹੈ, 5 'ਤੇ ਐਂਡ 5 'ਤੇ ਹੈ, 2 'ਤੇ। ਇਹਨਾਂ ਦੀ ਸਿਰਫ ਹਾਈਟ ਵੇਰੀ ਕਰ ਰਹੀ ਹੈ। ਇਹ ਸਾਡੇ ਕੋਲ ਕੀ ਹੈ ਬਾਰ ਗ੍ਰਾਫ, ਜਿਹੜਾ ਕਿ ਸਿਰਫ ਅਤੇ ਸਿਰਫ ਵਾਈ ਐਕਸਿਸ ਦੇ ਅਕੋਰਡਿੰਗਲੀ ਵੇਰੀ ਕਰਦਾ, ਐਕਸ ਐਕਸਿਸ ਦੇ ਅਕੋਰਡਿੰਗਲੀ ਵੇਰੀ ਨਹੀਂ ਕਰਦਾ, ਅਤੇ ਇਹਨਾਂ ਦੀ ਵਿਡਥ ਸੇਮ ਰਹਿੰਦੀ ਹੈ। ਦੈਟਸ ਅ ਐਗਜ਼ਾਮਪਲ ਆਫ ਦਾ ਬਾਰ ਗ੍ਰਾਫ ਐਂਡ ਦਿਸ ਇਜ਼ ਦਾ ਅਨਦਰ ਐਗਜ਼ਾਮਪਲ ਆਫ ਦਾ ਬਾਰ ਗ੍ਰਾਫ। ਠੀਕ ਹੈ, ਸੋ ਨੈਕਸਟ ਅਸੀਂ ਦੇਖਾਂਗੇ ਹਿਸਟੋਗ੍ਰਾਮ। ਹਿਸਟੋਗ੍ਰਾਮ ਦੀ ਐਗਜ਼ਾਮਪਲ ਦੇਖੋ, ਇਹਦੇ ਵਿੱਚ ਕੀ ਹੈ ਸਾਡੇ ਕੋਲ ਵਿਦ ਰਿਸਪੈਕਟ ਟੂ ਵਾਈ ਐਕਸਿਸ ਤੇ ਹਾਈਟ ਵੇਰੀ ਕਰ ਹੀ ਰਹੀ ਹੈ, ਐਂਡ ਦੇ ਨਾਲ ਹੀ ਐਕਸ ਐਕਸਿਸ ਦੇ ਅਕੋਰਡਿੰਗਲੀ ਇਹਨਾਂ ਦੀ ਵਿਡਥ ਵੀ ਵੇਰੀ ਕਰ ਰਹੀ ਹੈ। ਦੇਖੋ ਵਿਡਥ ਵੀ ਵੇਰੀ ਕਰ ਰਹੀ ਹੈ, ਇੱਧਰ ਵੀ ਕਾਊਂਟਿੰਗ ਲਿਖੀ ਹੋਈ ਹੈ ਸੇਮ ਐਜ਼। ਇਹ ਵੀ ਦੇਖੋ ਤੁਸੀਂ, ਇਹ ਵੀ ਹਿਸਟੋਗ੍ਰਾਮ ਦੀ ਐਗਜ਼ਾਮਪਲ ਹੈ। ਦੇਖੋ ਇਹਦਾ ਹੀ ਵਿਡਥ ਅਤੇ ਇਹਦੀ ਵਿਡਥ ਵਿੱਚ ਜਾਂ ਇਹਨਾਂ ਦੋਨਾਂ ਦੀ ਵਿਡਥ ਵਿੱਚ ਦੇਖੋ ਡਿਫਰੈਂਸ ਪਤਾ ਲੱਗ ਰਿਹਾ। ਇਹਦੇ ਵਿੱਚ 3 ਆ ਰਹੇ ਆ ਐਂਡ ਇਹਦੇ ਵਿੱਚ 2 ਆ ਰਹੇ ਆ, ਇਹਨਾਂ ਸਾਰਿਆਂ ਵਿੱਚ ਇੱਕ ਇੱਕ ਆ ਰਹੇ ਆ। ਇਹਨਾਂ ਦੀ ਇਸ ਅਕੋਰਡਿੰਗਲੀ ਵੀ ਵੇਰੀਏਸ਼ਨ ਚੱਲ ਰਹੀ ਹੈ ਐਂਡ ਇਸ ਅਕੋਰਡਿੰਗਲੀ ਵੀ, ਅਤੇ ਇਹ ਸਾਡੇ ਕੋਲ ਕੀ ਹੋਣਗੇ ਹਿਸਟੋਗ੍ਰਾਮ। ਠੀਕ ਹੈ, ਬਾਰਗ੍ਰਾਮ ਗ੍ਰਾਫ ਐਂਡ ਹਿਸਟੋਗ੍ਰਾਮ ਦੇ ਵਿੱਚ ਡਿਫਰੈਂਸ ਸਾਰਿਆਂ ਨੂੰ ਆਈ ਥਿੰਕ ਕਿ ਕਲੀਅਰ ਹੋ ਗਿਆ ਹੋਏਗਾ। ਐਂਡ ਦੈਨ ਅਸੀਂ ਦੇਖਾਂਗੇ ਫ੍ਰੀਕੁਐਂਸੀ ਜਿਹੜੀ ਹੈ ਲੀਨੀਅਰ ਗ੍ਰਾਫ ਕਿਹੜੇ ਹੁੰਦੇ ਆ। ਦੇਖੋ ਜਦੋਂ ਅਸੀਂ ਪੁਆਇੰਟ ਡਰੋ ਕਰਦੇ ਆ 8th ਵਿੱਚ ਤੁਹਾਨੂੰ ਪਲੋਟ ਦਾ ਪੁਆਇੰਟਸ ਸਮਥਿੰਗ ਕੁਛ ਕਰਵਾਇਆ ਸੀ। ਜਦੋਂ ਅਸੀਂ ਪੁਆਇੰਟ ਨੂੰ ਡਰੋ ਕਰਦੇ ਤਾਂ ਪੁਆਇੰਟ ਨੂੰ ਮੀਟ ਕਰਵਾ ਦਿੰਦੇ ਹਾਂ, ਉਹ ਜਿਹੜਾ ਗ੍ਰਾਫ ਡਰੋ ਹੋ ਕੇ ਆਉਂਦਾ ਹੈ ਉਹਨੂੰ ਅਸੀਂ ਲੀਨੀਅਰ ਗ੍ਰਾਫ ਕਹਿੰਦੇ। ਕਲੀਅਰ? ਸੋ ਅਸੀਂ ਸਟਾਰਟ ਕਰਦੇ ਹਾਂ 14.3 ਐਕਸਰਸਾਈਜ਼ ਸਟੂਡੈਂਟਸ, ਐਂਡ ਦੈਨ ਫਸਟ ਸਮ ਦੀ ਸਟੇਟਮੈਂਟ ਰੀਡ ਆਊਟ ਕਰ ਰਹੇ ਹਾਂ। A survey conducted by the Organization for the Cause of Illness and Death among the women between the age of 14 and 15 to 44 in years worldwide found the following figures in percentage. ठीक है, ਕਹਿੰਦੇ ਕਿ ਜਿਹੜੀ 15 ਤੋਂ 44 ਈਅਰਸ ਦੀ ਏਜ ਵਿੱਚ ਵੂਮਨ ਦੀ ਜਿਹੜੀ ਇਲਨੈਸ ਹੈ, ਬਿਮਾਰ ਹੋਣੀ ਆ, ਡੈਥ ਦੇ ਕੇਸਿਸ ਆ ਰਹੇ ਆ, ਉਹਨਾਂ ਦੇ ਕੋਜ਼ਿਸ ਬਾਰੇ ਦੱਸਿਆ ਗਿਆ ਹੈ। ਅਤੇ ਕੋਜ਼ਿਸ ਕਿੰਨੇ ਪਰਸੈਂਟ ਹੈਗੇ ਆ, ਕਿ ਕਿਹੜਾ ਕੋਜ਼ ਕਿੰਨੇ ਪਰਸੈਂਟ ਹੈ।
ठीक है। वो सानू डाटा गिवन दिता है एक टेबल की फॉर्म च, असी उन्होंने की रिप्रजेंट करना है ग्राफिकली फॉर्म च। ये साडे कोल जिवें अदर जिवें देखते हैं कि 31.8% है, 25.4% है, 12.4% है, 4.3%, 4.1%, 22.0% है। इनू असी रिप्रजेंट की करना है ग्राफिकली फॉर्म दे विच रिप्रजेंट करना है। हुण सानू किवें पता लगे किहड़े ग्राफ विच रिप्रजेंट करना है, बिकॉज साडे कोल ते टाइप्स है, हिस्टोग्राम है, बार ग्राफ है, लीनियर ग्राफ है, पाई चार्ट है, बट देयर इज़ नॉट अ मैंशन एनीवेयर कि असी किहड़ा ग्राफ यूज़ करना है। जस्ट मैंशन दैट यूज़ रिप्रजेंट इट ग्राफिकली। सो एक ट्रिक तुहानू दस रही हैं जिवें कि सारे याद रखना, ये तुहाडे बहुत नैक्सट इन फ्यूचर भी यूजफुल रहेगी। देखो जदों साडे कोल सिंगल एक जस्ट इक्को ही कैलकुलेशन दित्ती हुई है, किसी पर्टिकुलर डाटा दी एक ही कैलकुलेशन दित्ती हुई है, तो असी थोड़ा जिहा दिमाग लगा के देखना है कि किहड़ा इहो जिहा ग्राफ सी जिहदे विच कि सिर्फ इक्को साइड ते वेरीएशन हो रही है, इक्को साइड ते चेंजिस आ रही हैं, वो किहड़ा सी साडे कोल बार ग्राफ। सो फस्ट सम विच असी देखांगे बार ग्राफ असी ड्रो करांगे। हुण असी बार ग्राफ ड्रो करना किवें आ, जिहड़ी वेरीएशन हो रही है या जिहड़ी सानू कैलकुलेशन गिवन है उन्होंने असी अकॉर्ड विद रिस्पैक्ट टू वाई एक्सिस लैनी है। तुहानू पता है वाई एक्सिस इस डायरैक्शन च हुंदी है, वर्टिकल एंड होरिजोंटल विच साडे कोल की हुंदी है एक्स एक्सिस एंड वाई एक्सिस। हुण मिनिमम वैल्यू की है 4.1 एंड मैक्सिमम वैल्यू की है 31.8 है। इसे वजह कारण असी की करांगे 4.3 भी आ, तो असी की करांगे 5 का डिफरेंस ले लांगे साडे कोल। जिवें इत्थे कि साडे कोल आएगा पहले 0 0 5 10 15 20 25 30 35 40, ठीक है। ये वाई एक्सिस च लै लिया तो Z एक्स एक्सिस च असी कुछ नहीं लवांगे बिकॉज साडे कोल एक्स एक्सिस के अकॉर्डिंगली कुछ दिता ही नहीं होया, ठीक है। जस्ट असी देखांगे पहला की है साडे कोल रीप्रोडक्टिव हैल्थ कंडीशन दे विच 31.8% फर्टिलिटी जिहड़ी है कि रेट है। असी की करांगे 31.8, इधर डायरैक्शन में असी वाई एक्सिस देखेंगे ये सी साडे कोल 30 एंड 30 तो थोड़ा जिहा अबव जाके की है 31.8। इत्थे असी एक इस तरह दी रैक्टेंगल ड्रो कर लांगे। सेम साडे कोल नैक्सट की है न्यूरो साइकैट्रिक जिहड़ी है कंडीशनस जिहड़ी है साडे कोल की है 25.4% है, ठीक है। इहदे विच साडे कोल असी की करांगे कि 25.4%, 25 इत्थे आ रहा है लाइन के उत्ते थोड़ा जिहा अबव करके साडे कोल की आ जाएगी इस तरह की एक रैक्टेंगल ड्रो कर लांगे, ठीक है। इस तरह ही बाकी सारियां असी इन्हां नूं देख के सिर्फ रैक्टेंगल ड्रो कर लैनी है। इन्हां दे विचकार दे डिफरेंस का भी कोई मैटर नहीं करता, इन्हां दी चौड़ाई का भी कोई डिफरेंस नहीं मैटर करता, ये सारियां सेम साइज़ दियां ही बननगियां, ठीक है। एंड मैं नीचे लिखिया है या मैं मिड च लिखिया है कोई इहदा फर्क नहीं पैंदा, तुसीं ये सारियां नूं नीचे इत्थे भी लिख सकदे हो, ठीक है। मेरे इत्थे स्पेस या सारिਆਂ ਨੂੰ बीच इन्हां दे विच भी लिख सकदे हो रैक्टेंगल च, मेरे इत्थे स्पेस नहीं सी दैट्स वाई मैं इन्हां नूं बाहर लिखता। सारिਆਂ ਨੂੰ बाहर भी लिख सकते हो इस जगह ते एंड सारिਆਂ ਨੂੰ अंदर भी लिख सकते हो अकॉर्डिंग टू कन्वीनियंस। तुहानूं हुण क्लीयर हो गया कि जदों ग्राफिकली रिप्रजेंटेशन क्या होवे ते असीं किस तरह चूज़ करना है कि किहड़ा ग्राफ असीं ड्रो करना है, ठीक है। ये सारा कुछ परसेंटेज से, बट आप इत्थे परसेंटेज नहीं लगा देनी कभी भी ग्राफ विच, इत्थे परसेंटेज नहीं लगाते असी। इत्थे परसेंटेज है असी इनू की लैट करके चलना है, लैट 5% इज इक्वल टू 1 यूनिट, मतलब इत्थों लैके इत्थों तक 5% है ना, ताइयां असीं इत्थे 31.4% लिया सी ना, मतलब 5% नूं असीं 1 यूनिट लैके चलना है, बस इन्नी चीज़ करके क्लीयर है। हुण सैकेंड देखो ਇਹਦੇ ਵਿੱਚ ਸੈਕਿੰਡ ਪਾਰਟ 'ਚ ਕੀ ਪੁੱਛਿਆ, ਵਿਚ ਕੰਡੀਸ਼ਨ ਇਜ਼ ਦਾ ਮੇਜਰ ਕਾਜ਼ ਆਫ ਦਾ ਵੂਮਨ ਇਲਨੈਸ ਇਲ ਹੈਲਥ ਐਂਡ ਦਾ ਡੈਥ ਵਰਲਡ ਵਾਈਡ। ਅਤੇ ਇਹਨਾਂ ਵਿੱਚੋਂ ਅਸੀਂ ਕਹਿ ਸਕਦੇ ਕਿਹੜਾ ਜਿਹੜਾ ਮੇਜਰ ਕਾਜ਼ ਹੈ ਰਿਪਰਜੈਂਟੇਸ਼ਨ ਡਾਟਾ ਨੂੰ ਦੇਖਿਆ ਜਾਵੇ ਤਾਂ ਸਭ ਤੋਂ ਬੜੀ ਰੈਕਟੈਂਗਲ ਜਿਹੜੀ ਆ ਰਹੀ ਹੈ ਉਹ ਕਿਹੜੀ ਆ ਰਹੀ ਹੈ, ਰੀਪਰੋਡਕਟਿਵ ਹੈਲਥ ਵਾਲੀ। ਦੈਟ ਮੀਨਸ ਇਹ ਕਿੰਨੀ ਸੀ 31.8% ਸੀ। ਮੇਜਰ ਕਾਜ਼ ਫਿਰ ਇਹੋ ਹੀ ਹੋਇਆ इलनेस दा एंड डेथ केसिस दा। तो फॉर दैट्स वाई असी इहदा आंसर की लिखांगे, रिप्रोडक्टिव हैल्थ कंडीशन इज़ द मेजर कॉज ऑफ द वूमेंस इल हैल्थ एंड द डेथ एज 31.8% ऑफ द वूमेन, ठीक है।
ਡਾਟਾ ਨੂੰ ਅਸੀਂ ਗ੍ਰਾਫ ਨੂੰ ਦੇਖ ਕੇ ਹੀ ਇਹਦਾ ਆਨਸਰ ਦੱਸ ਸਕਦੇ ਹਾਂ। ਠੀਕ ਹੈ, ਐਂਡ ਦੈਨ ਹੁਣ ਉਸ ਤੋਂ ਬਾਅਦ ਵਿੱਚ ਜੇ ਇਹਦਾ ਜਿਹੜਾ ਥਰਡ ਪਾਰਟ ਹੈਗਾ ਹੈ ਉਹ ਤੁਹਾਡੀ ਮਰਜ਼ੀ ਹੈ, ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਬਟ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦੀ ਇਹਦਾ ਕੀ ਆ। ਟਰਾਈ ਟੂ ਫਾਈਂਡ ਆਊਟ ਦਾ ਹੈਲਪ ਟੀਚਰ ਇਨ ਦ ਫੈਕਟਰ ਵਿਚ ਪਲੇ ਦਾ ਮੇਜਰ ਰੋਲ ਆਫ ਦਾ ਕੌਜ਼ ਸੈਕਿੰਡ ਅਬਵ ਬੀਂਗ ਦਾ ਮੇਜਰ ਕੌਜ਼। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ ਕਿ ਉਹਨੂੰ ਅਸੀਂ ਜਿਹੜਾ ਸਾਰੇ ਦੇ ਸਾਰੇ ਜਿਹੜਾ ਮੇਜਰ ਕੋਜ਼ ਹੈ ਉਹਨੂੰ ਅਸੀਂ ਕਿਵੇਂ ਕਰੈਕਟ ਕਰ ਸਕਦੇ ਹਾਂ, ਅਤੇ ਇਹ ਕਿਹੜੀ ਕਾਰਨ ਇਹ ਹੋ ਸਕਦਾ ਵਾ। ਫੈਕਟ ਇਹਦੇ ਵਿੱਚ ਤੁਸੀਂ ਕੀ ਲਿਖਣਾ, ਦਾ ਫੈਕਟਰ ਆਰ ਫੋਲੋਜ਼, ਕਿਹੜੇ ਕਿਹੜੇ ਆ ਮੇਜਰ ਕੋਜ਼ ਕੀ ਆ। ਲੈਕ ਆਫ ਮੈਡੀਕਲ ਫੈਸਿਲਿਟੀਜ਼, ਜਦੋਂ ਕਿ ਪਿੰਡਾਂ ਵਿੱਚ ਜਾਂ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਜਿੱਥੇ ਮੈਡੀਕਲ ਫੈਸਿਲਿਟੀਜ਼ ਘੱਟ ਹੋਣ, ਉਸ ਜਗ੍ਹਾ 'ਤੇ ਕਾਜ਼ ਹੋ ਸਕਦਾ ਰਿਪਰੋਡਕਟਿਵ ਕਾਜ਼। ਠੀਕ ਹੈ, ਐਂਡ ਦੂਸਰਾ ਕੀ ਆ, ਲੈਕ ਆਫ ਕਰੈਕਟ ਨੌਲੇਜ ਆਫ ਟਰੀਟਮੈਂਟ, ਅਤੇ ਜੇ ਕਿਤੇ ਮਤਲਬ ਡਾਕਟਰ ਕਿਤੇ ਮਿਲ ਵੀ ਜਾਂਦਾ ਤਾਂ ਉਹਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ, ਸੋ ਦੈਟਸ ਵਾਈ ਵੀ ਇਹ ਜਿਹੜੀ ਆ ਇਲਨੈਸ ਜਾਂ ਡੈਥ ਕੇਸ ਬਣ ਸਕਦਾ ਹੈ। ਠੀਕ ਹੈ, ਐਂਡ ਸੈਕਿੰਡ ਕੁਐਸਚਨ ਦੇਖੋ, ਸੈਕਿੰਡ ਕੁਐਸਚਨ 'ਚ ਕੀ ਹੈ ਸਾਡੇ ਕੋਲ, ਦਾ ਫੋਲੋਇੰਗ ਡਾਟਾ ਆਫ on the number of girls to the nearest 10 per thousand boys in different section of the Indian society given below। मतलब गर्ल्स ਦੀ ਗਿਣਤੀ ਦੱਸੀ ਹੋਈ ਆ different section of society ਦੇ ਵਿੱਚ ਕਿ ਕਿੰਨੇ ਹੈ ਪਰ थाउजेंड ऑफ पर थाउजेंड बॉयज़, मतलब 1000 ਅਸੀਂ बॉयज़ ਲੈ ਲਈਏ, ਉਹਨਾਂ ਦੇ ਕੰਪੇਅਰ गर्ल्स ਦੀ ਕਿੰਨੀ ਕਾਊਂਟਿੰਗ ਹੈ। ਬॉयज़ ਨੂੰ 1000 ਹੀ ਲੈਣਾ ਹੈ ਪਰ 1000 ਬॉयज़, ਬਟ ਗਰਲਸ ਦੀ ਕਿੰਨੀ ਵੇਰੀਏਸ਼ਨ ਹੋ ਰਹੀ ਹੈ ਪਰਟੀਕੂਲਰਸ ਸੈਕਟਰ ਦੇ ਵਿੱਚ ਅਸੀਂ ਦੇਖ ਲਾਂਗੇ ਸੈਕਸ਼ਨ 'ਚ। ਜਿਵੇਂ ਸ਼ਡਿਊਲ ਕਾਸਟ ਜਿਵੇਂ SC ਹੈ ਉਹ ਕਿੰਨੇ ਹੋਣਗੇ 940 ਪਰ 1000 ਦੇ ਪਿੱਛੇ 240 ਗਰਲਸ। ST ਸ਼ਡਿਊਲ ਟਰਾਈਬ 970 ਗਰਲਸ ਹੈ ਪਰ 1000 ਬॉयज़ ਦੇ ਪਿੱਛੇ, 1000 ਬॉयज़ ਦੇ ਪਿੱਛੇ 970 ਗਰਲਸ ਹੈ। ਨੋਨ SC ST ਦੇ ਵਿੱਚ 920। ਠੀਕ ਹੈ, ਬੈਕਵਰਡ ਡਿਸਟ੍ਰਿਕਟ ਵਿੱਚ 950 ਐਂਡ ਨੋਨ ਬੈਕਵਰਡ ਡਿਸਟ੍ਰਿਕਟ 920 ਐਂਡ ਰੂਰਲ 930, ਅਰਬਨ 910। ਇਸੇ ਤਰ੍ਹਾਂ ਸਾਨੂੰ ਗਰਲਸ ਦੀ ਕਾਊਂਟਿੰਗ ਦਿੱਤੀ ਹੈ, ਬॉयज़ ਦੀ ਕਾਊਂਟਿੰਗ ਪਰ 1000 ਹੈ, ਇਸ ਵਜ੍ਹਾ ਕਰਨ ਉਹਨੂੰ ਕੋਈ ਮੈਂਸ਼ਨ ਨਹੀਂ ਹੈ। ਠੀਕ ਹੈ, ਹੁਣ ਅਸੀਂ ਇਹਨੂੰ ਕੀ ਕਰਨਾ ਹੈ, ਰਿਪਰਜੈਂਟ ਦ ਇਨਫੋਰਮੇਸ਼ਨ ਅਬਵ ਬਾਏ ਬਾਰ ਗ੍ਰਾਫ। ਇੱਥੇ ਤਾਂ ਸਾਨੂੰ ਮੈਂਸ਼ਨ ਨਹੀਂ ਹੈ, ਬਾਰ ਗ੍ਰਾਫ ਹੈ, ਅਤੇ ਜੇ ਨਾ ਵੀ ਮੈਂਸ਼ਨ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ, ਜਿਵੇਂ ਤੁਹਾਨੂੰ ਮੈਂ ਅਬਵ ਕੁਐਸਚਨ ਵਿੱਚ ਟ੍ਰਿਕ ਦੱਸੀ ਸੀ ਕਿ ਸਾਨੂੰ ਸਿਰਫ ਅਤੇ ਸਿਰਫ ਇੱਕ ਇੱਥੇ ਪਰਟੀਕੂਲਰ ਜਿਹੜੇ ਕੌਜ਼ ਹੈ ਜਾਂ ਰੀਜ਼ਨ ਹੈ ਉਹਦੇ ਅਕੋਰਡਿੰਗਲੀ ਕੋਰਸਪੋਂਡ ਇੱਕ ਸਿੰਗਲ ਹੀ ਕੈਲਕੂਲੇਸ਼ਨ ਦਿੱਤੀ ਹੋਈ ਹੈ, ਕਾਊਂਟਿੰਗ ਗਿਵਨ ਹੈ। ਸੋ ਦੈਟਸ ਵਾਈ ਇਹਦੇ ਵਿੱਚ ਕੀ ਹੈ, ਜਿਹੜੀ ਵੀ ਸਾਨੂੰ ਇੱਕ ਕਾਊਂਟਿੰਗ ਗਿਵਨ ਹੋਵੇ ਅਸੀਂ ਉਹਨੂੰ ਵਿਦ ਰਿਸਪੈਕਟ ਟੂ ਐਕਸ ਐਕਸਿਸ ਨਹੀਂ ਰੱਖਦੇ ਹੋਏ ਵਾਈ ਐਕਸਿਸ 'ਤੇ ਲੈ ਲੈਣਾ ਹੈ ਅਤੇ ਸਾਡੇ ਕੋਲ ਕੁਐਸਚਨ ਕਰਨਾ ਹੈ। ਜਿਵੇਂ ਕਿ ਦੇਖੋ ਇਹਦੇ ਵਿੱਚ ਮਿਨੀਮਮ ਵੈਲਿਊ ਕਿੰਨੀ ਆ ਰਹੀ ਹੈ, ਗ੍ਰਾਫ ਬਣਾਉਣ ਤੋਂ ਪਹਿਲਾਂ ਤੁਸੀਂ ਮਿਨੀਮਮ ਐਂਡ ਮੈਕਸੀਮਮ ਵੈਲਿਊ ਲੈ ਕੇ ਅਤੇ ਉਹਦੇ ਰੇਂਜ ਬਣਾਉਣੀ ਹੁੰਦੀ ਹੈ। ਮਿਨੀਮਮ ਵੈਲਿਊ ਜਿਹੜੀ ਆ ਰਹੀ ਹੈ 910 ਆ ਰਹੀ ਹੈ, 910 ਆ ਰਹੀ ਹੈ, ਐਂਡ ਮੈਕਸੀਮਮ ਵੈਲਿਊ ਸਾਡੇ ਕੋਲ ਕਿੱਥੇ ਜਾ ਰਹੀ ਹੈ 970 ਤੱਕ। ਠੀਕ ਹੈ, ਮਤਲਬ ਇਹਨਾਂ ਦੇ ਵਿੱਚ ਡਿਫਰੈਂਸ ਦੇਖਿਆ ਜਾਵੇ 10 20 30 ਠੀਕ ਹੈ 40 ਇਸ ਤਰ੍ਹਾਂ ਦਾ ਆ ਰਿਹਾ, ਮਤਲਬ ਕਿ ਅਸੀਂ ਇੱਦਾਂ ਦਾ ਡਿਫਰੈਂਸ ਲੈ ਸਕਦੀ ਆ। ਦੇਖੋ ਇੱਥੇ ਮੈਂ ਕੀ ਲਿਆ ਵਾ, ਗ੍ਰਾਫ ਬਣਾਉਣ ਲਈ ਬਾਰ ਗ੍ਰਾਫ ਬਣਿਆ ਹੈ। ਦੇਖੋ 0 100 200 300 400 ਐਂਡ ਸੋ ਔਨ ਕਰਦੇ ਕਰਦੇ 1000 ਤੱਕ ਲੈ ਲਈ ਆ। ਠੀਕ ਹੈ, ਹੁਣ ਪਹਿਲੇ ਉਹਨਾਂ ਨੇ ਕੀ ਕਿਹਾ ਸੀ SC ST। ਠੀਕ ਹੈ, SC ਕਿੰਨੇ ਆ 940 ਐਂਡ 970। 940 ਕਿੱਥੇ ਆ ਰਿਹਾ ਹੈ, ਆ ਦੇਖੋ ਇਹ ਸੀ 900 ਐਂਡ 1000, ਇਹ ਕੀ ਹੋਏਗੀ 950 ਤੋਂ ਥੋੜ੍ਹਾ ਜਿਹਾ ਨੀਚੇ ਆ ਰਿਹਾ, ਇਹ ਸਾਡੇ ਕੋਲ 940 ਹੋ ਗਿਆ। ਨੈਕਸਟ ਕੀ ਸੀ 970, ਮਤਲਬ ਕਿ 950 ਸੀ, ਇਹ ਤੋਂ ਥੋੜ੍ਹਾ ਜਿਹਾ ਅਬਵ ਕਰ ਦਈਏ ਅਤੇ ਸਾਡੇ ਕੋਲ ਕੀ ਆ ਜਾਏਗਾ 970। ਉਸੇ ਤਰ੍ਹਾਂ ਅਸੀਂ ਬਾਕੀ ਦੇਖ ਲਾਂਗੇ ਸਾਡੇ ਕੋਲ ਕਿਹੜੇ ਕਿਹੜੇ ਆ ਰਹੇ ਆ, ਐਂਡ ਸੇਮ ਥਿੰਗ ਅਸੀਂ ਇੱਥੇ ਡਰੋ ਕਰੀ ਜਾਵਾਂਗੇ। ਬਾਰ ਗ੍ਰਾਫ ਦੇ ਵਿੱਚ ਇਹਨਾਂ ਦੇ ਵਿਚਕਾਰ ਜਿੱਥੇ ਮੈਂ ਲਾਈਨਸ ਡਰੋ ਕੀਤੀਆਂ ਹੋਈਆਂ ਵਾ, ਇਹਨਾਂ ਦੇ ਵਿਚਕਾਰ ਕੋਈ ਵੀ ਇੱਦਾਂ ਦਾ ਨਹੀਂ ਹੈ, ਬੜੀਆਂ ਛੋਟੀਆਂ ਵੀ ਬਣ ਜਾਣ ਕੋਈ ਫਰਕ ਨਹੀਂ ਪਏਗਾ। ਜਸਟ ਫਰਕ ਕੀ ਇਹਨਾਂ ਦੀ ਹਾਈਟ ਵਿੱਚ ਹੋਣਾ ਚਾਹੀਦਾ ਹੈ ਅਕੋਰਡਿੰਗ ਟੂ ਦਿਸ ਗ੍ਰਾਫ ਵਾਈ ਐਕਸਿਸ ਦੇ ਅਕੋਰਡਿੰਗਲੀ। ਪਹਿਲੀ ਜਿਹੜੀ ਰੈਕਟੈਂਗਲ ਉਹ ਕੀ ਡਰੋ ਕਰ ਰਹੀ ਹੈ SC ਦੇ ਵਿੱਚ ਗਰਲਸ ਨੂੰ, ਸੈਕਿੰਡ ST ਨੂੰ, ਤੀਸਰੀ ਨੋਨ SC ST ਨੂੰ, ਚੌਥੀ BC ਨੂੰ, ਐਂਡ ਫਿਫਥ ਵਨ ਇਜ਼ ਨੋਨ BC ਐਂਡ ਰੂਰਲ ਐਂਡ ਅਰਬਨ। ਇਹ ਸਾਰਿਆਂ ਨੂੰ ਅਸੀਂ ਇੱਦਾਂ ਗ੍ਰਾਫਿਕਲੀ ਡਾਟਾ ਡਰੋ ਕਰ ਲੈਣਾ ਹੈ। ਠੀਕ ਹੈ, ਐਂਡ ਨੈਕਸਟ ਪਾਰਟ ਇਹਦਾ ਕੀ ਹੈਗਾ ਹੈ, ਇਨ ਦਾ ਕਲਾਸ ਰੂਮ ਡਿਸਕਸ਼ਨ
ਵਟ ਕਨਕਲੂਜਨ ਕੈਨ ਬੀ ਅਰਾਈਵਡ ਐਟ ਦਾ ਫਾਰਮ ਆਫ ਦਾ ਗ੍ਰਾਫ। ਅਤੇ ਗ੍ਰਾਫ ਦੇ ਅਕੋਰਡਿੰਗਲੀ ਇਹਦੇ ਵਿੱਚ ਕੀ ਕਨਕਲੂਜਨ ਨਿਕਲ ਰਹੀ ਆ। ਹੁਣ ਦੇਖੋ ਤੁਸੀਂ ਸਾਰੇ ਗ੍ਰਾਫ ਨੂੰ, ਠੀਕ ਹੈ। ਹੁਣ ਗ੍ਰਾਫ ਦੇ ਵਿੱਚ ਕੀ ਸਾਨੂੰ ਪਤਾ ਚੱਲ ਰਿਹਾ, ਦੇਖੋ ਸਭ ਤੋਂ ਜ਼ਿਆਦਾ ਜਿਹੜਾ ਦੇਖਿਆ ਜਾਵੇ ਤਾਂ 970 ਵੈਲਿਊ ਆ ਰਹੀ ਹੈ, ਉਹ ਕਿਹਦੇ ਵਿੱਚ ਆ ਰਹੀ ਹੈ, ST ਦੇ ਵਿੱਚ, ਠੀਕ ਹੈ। ਇਹਦੇ ਵਿੱਚ ਦੇਖਿਆ ਜਾਵੇ ਕਿ ਮੈਕਸੀਮਮ ਗਰਲਸ ਜਿਹੜੀਆਂ ਹੈ ਪਰ 1000 ਬॉयज़ ਦੇ ਪਿੱਛੇ ਕਿੱਥੇ ਹੈਗੀਆਂ ਵਾ, 970 ਹੈ। ਉਹ ਕਿਹੜੇ ਵਿੱਚ ਹੈ, ST ਦੇ ਕੇਸ ਦੇ ਵਿੱਚ, ਮਤਲਬ ST ਦੇ ਕੇਸ 'ਚ ਫਿਰ ਵੀ ਸਭ ਤੋਂ ਜ਼ਿਆਦਾ ਗਰਲਸ ਹੈ, ਠੀਕ ਹੈ। ਐਂਡ ਮਿਨੀਮਮ ਗਰਲਸ ਕਿੱਥੇ ਆ ਰਹੀਆਂ, 910 ਦੇ ਕੇਸ ਵਿੱਚ, 910 ਦੇ ਕੇਸ ਵਿੱਚ ਜਿਹੜਾ ਕਿ ਅਰਬਨ ਦੇ ਵਿੱਚ ਹੈ, ਠੀਕ ਹੈ। ਇਹ ਮਿਨੀਮਮ ਗਰਲਸ ਉਹਨਾਂ ਨੇ ਡਿਸਕਸ਼ਨ ਕਰ ਲਈ ਕਿਹਾ ਸੀ ਜਸਟ ਮੈਕਸੀਮਮ ਮਿਨੀਮਮ ਦੇਖ ਦਿਓ ਸਫੀਸ਼ੀਐਂਟ ਹੈ, ਠੀਕ ਹੈ। ਐਂਡ ਥਰਡ ਵਨ ਕੁਐਸਚਨ ਕਲਾਸ ਦੇਖੋ ਧਿਆਨ ਨਾਲ, ਇਹ ਮੈਂ ਤੁਹਾਨੂੰ ਜਸਟ ਸਮਝਾਵਾਂਗੀ, ਕਰੋਗੇ ਤੁਸੀਂ ਸਾਰੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ ਇੰਡੀਵਿਜੂਅਲੀ ਮੈਨੂੰ WhatsApp 'ਤੇ ਮੈਸੇਜ ਕਰਕੇ, ਠੀਕ ਹੈ। ਐਂਡ ਗਿਵਨ ਬਿਲੋ ਆਰ ਦ ਸੈਟਸ won by different political parties in the polling outcome of a state assembly election। ਇਲੈਕਸ਼ਨਸ ਹੁੰਦੀਆਂ ਨਾ, ਵੋਟਾਂ ਜਿਨ੍ਹਾਂ ਨੂੰ ਕਹਿੰਦੇ ਅਸੀਂ, ਉਹਦੇ ਵਿੱਚ ਡਿਫਰੈਂਟ ਪਾਰਟੀਜ਼ ਹੈ, ਉਹਨਾਂ ਦਾ ਨਾਮ ਨਹੀਂ ਰੱਖਿਆ, ਉਹਨਾਂ ਦਾ ਨਾਮ ਅਸੀਂ ABCDEF ਰੱਖਦਾ ਹੈ, ਠੀਕ ਹੈ। ਤਾਂ ਕਿੰਨੇ ਸੀਟਾਂ ਤੋਂ ਜਿੱਤੇ ਆ ਉਹ ਦੇਖਾਂਗੇ। A ਪਾਰਟੀ ਜਿਹੜੀ 75 ਤੋਂ, B 55 ਤੋਂ, C 37 ਤੋਂ, D 29 ਤੋਂ, E 10 ਐਂਡ F 37 ਤੋਂ। ਇਸ ਤਰ੍ਹਾਂ ਸਾਨੂੰ ਇਹ ਡਾਟਾ ਰਿਪਰੈਜ਼ੈਂਟ ਹੈ। ਅਸੀਂ ਇਹਨੂੰ ਕੀ ਕਰਨਾ ਹੈ, ਬਾਰ ਗ੍ਰਾਫ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ। ਜੇ ਬਾਰ ਗ੍ਰਾਫ ਨਾ ਵੀ ਹੋਵੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਕਿ ਇੱਕੋ ਹੀ ਡਾਟਾ ਸਾਨੂੰ ਗਿਵਨ ਹੈ, ਬਾਕੀ ਦੇ ਉੱਤੇ ਨੇਮ ਦਿੱਤੇ ਹੋਏ ਆ, ਅਤੇ ਅਸੀਂ ਇਹਨੂੰ ਬਾਰ ਗ੍ਰਾਫ ਵਿੱਚ ਹੀ ਓਬਵੀਅਸ ਹੈ ਡਰੋ ਕਰਾਂਗੇ, ਠੀਕ ਹੈ। ਅਤੇ ਕਿੱਦਾਂ ਡਰੋ ਕਰਨਾ ਇਹ ਮੈਂ ਤੁਹਾਨੂੰ ਪਿੱਛੇ ਦੱਸ ਚੁੱਕੀ ਹੈ। ਤੁਸੀਂ ਆਈ ਹੋਪ ਕਿ ਤੁਸੀਂ ਸਾਰੇ ਹੀ ਇਹਨੂੰ ਡਰੋ ਕਰ ਸਕਦੇ ਹੋ। ਜਿਵੇਂ ਕਿ ਅਸੀਂ Y ਐਕਸਿਸ ਦੇ ਅਕੋਰਡਿੰਗਲੀ ਇਹ ਸਾਰੀਆਂ ਚੀਜ਼ਾਂ ਨੂੰ ਰੱਖਾਂਗੇ, ਵਨ ਸੀਟ, ਅਤੇ ਐਂਡ X ਐਕਸਿਸ ਦੇ ਵਿੱਚ ਅਸੀਂ ABC ਲਿਖਾਂਗੇ, ਠੀਕ ਹੈ। ਹੁਣ ਮੈਂ ਤੁਹਾਨੂੰ ਇਹ ਰੇਂਜ ਵੀ ਦੱਸ ਦਿੰਦੀ ਹਾਂ। ਦੇਖੋ ਇਹ ਕਿਤੋਂ ਮਿਨੀਮਮ ਰੇਂਜ ਕੀ ਹੈ, ਸਾਡੇ ਕੋਲ 10 ਹੈ, ਐਂਡ ਮੈਕਸੀਮਮ ਰੇਂਜ ਸਾਡੇ ਕੋਲ ਕਿੰਨੀ ਆ ਰਹੀ ਹੈ, ਇਹਦੀ ਮੈਕਸੀਮਮ ਜਿਹੜੀ ਹੈ ਨੰਬਰ ਕਿੰਨੇ ਆ ਰਹੇ, 75। ਅਤੇ ਫਿਰ ਅਸੀਂ ਕਿੱਦਾਂ ਲਈਏ, ਜੇ 10 ਦਾ ਡਿਫਰੈਂਸ ਲਵਾਂਗੇ, 10 20 30 40 50 60 70 80 90, ਠੀਕ ਹੈ। ਉਹਦੇ ਵਿੱਚ ਇਹ ਸਾਰੇ ਤੁਸੀਂ ਡਰੋ ਕਰ ਸਕਦੇ ਹੋ। ਅਤੇ ਉਹਨਾਂ ਦੇ ਅਕੋਰਡਿੰਗ ਟੂ ਜਿਵੇਂ ਕਿ ਇੱਦਾਂ ਦਾ ਕੁਛ ਹੋ ਜਾਏਗਾ, ਇੱਥੇ 10 20 30 ਐਂਡ ਸੋ ਔਨ। ਅਤੇ ਇਸ ਤਰ੍ਹਾਂ ਦੇ ਅਕੋਰਡਿੰਗਲੀ ਇੱਥੇ ਇਸ ਤਰ੍ਹਾਂ ਗ੍ਰਾਫ ਬਣ ਜਾਣਗੇ। ਅਤੇ ਇੱਧਰਲੀ ਸਾਈਡ 'ਤੇ ਤੁਸੀਂ ਕੀ ਲਿਖੋਗੇ, ਪਾਰਟੀ A, ਪਾਰਟੀ B, ਪਾਰਟੀ C, ਐਂਡ ਕਰੈਕਟਲੀ ਇਹਨੂੰ ਤੁਸੀਂ ਖੁਦ ਹੀ ਸਾਰਿਆਂ ਨੇ ਕਰਕੇ ਦੇਖਣਾ ਹੈ, ਠੀਕ ਹੈ। ਐਂਡ ਮੈਨੂੰ ਮੈਸੇਜ ਕਰਕੇ ਦੱਸਣਾ ਵੀ ਹੈ ਜਿਨ੍ਹਾਂ ਦਾ ਹੋ ਜਾਏਗਾ, ਠੀਕ ਹੈ। ਐਂਡ ਥਰਡ ਕੀ ਹੈ, ਵਿਚ ਪੋਲੀਟੀਕਲ ਪਾਰਟੀ ਵੋਨ ਦਾ ਮੈਕਸੀਮਮ, ਅਤੇ ਮੈਕਸੀਮਮ ਸੀਟਸ ਤੋਂ ਕੌਣ ਪਾਰਟੀ ਜਿੱਤਦੀ ਪਈ ਹੈ। ਅਤੇ ਜਦੋਂ ਤੁਸੀਂ ਗ੍ਰਾਫ ਬਣਾਓਗੇ ਤਾਂ ਉਹਦੀ ਸਭ ਤੋਂ ਜਿਹੜੀ ਬੜੀ ਰੈਕਟੈਂਗਲ ਬਣੇਗੀ, ਜਿਹਦੀ ਵੀ ਬਣੇਗੀ ਉਹੀ ਪਾਰਟੀ ਜਿਹੜੀ ਹੋਏਗੀ ਵੋਨ ਕਰੇਗੀ। ਅਤੇ ਜੇ ਅਸੀਂ ਨੰਬਰ ਦੇ ਅਕੋਰਡਿੰਗਲੀ ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਕਿਹਦੀ ਹੈ, 75 A ਦੇ ਹੈ, ਅਤੇ ਪਾਰਟੀ A ਜਿੱਤ ਰਹੀ ਹੈ, ਠੀਕ ਹੈ। ਗ੍ਰਾਫਿਕਲੀ ਤੁਸੀਂ ਦੇਖ ਕੇ ਵੀ ਦੱਸ ਸਕਦੇ ਹੋ ਕਿਹਦੀ ਰੈਕਟੈਂਗਲ ਬੜੀ ਹੈ, ਕਿਹਦੀ ਰੈਕਟੈਂਗਲ ਛੋਟੀ ਹੈ। ਹੁਣ ਨੈਕਸਟ ਹੈ ਸਾਡੇ ਕੋਲ ਹਿਸਟੋਗ੍ਰਾਮ, ਠੀਕ ਹੈ। ਕਲਾਸ ਇਹ ਹਿਸਟੋਗ੍ਰਾਮ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸੂੰਗੀ, ਠੀਕ ਹੈ। ਅਤੇ ਇਸ ਜੋ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ, ਇਸ ਜਿਹੜੇ ਵੀ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਕਿ ਮੈਂ ਜਦੋਂ ਵੀ ਨਵੀਂ ਵੀਡੀਓ ਪਾਉਂਦੀ ਹਾਂ ਤੁਹਾਨੂੰ ਨਾਲ ਦੇ ਨਾਲ ਹੀ ਪਤਾ ਲੱਗ ਜੇ। ਓਕੇ, ਥੈਂਕ ਯੂ।